ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਵੱਡੇ ਡਰਾਅ ਨਿਕਲਣ ਬਾਰੇ ਜਾਣਕਾਰੀ ਜਾਣੋ। ਕਦੋਂ ਨਿਕਲਣਗੇ ਵੱਡੇ ਡਰਾਅ? ਯੂਰਪ ਦੀ ਪਾਰਲੀਮੈਂਟ ਵਿੱਚ ਬੋਲੇ ਟਰੂਡੋ, ਪੁਤਿਨ ਤੇ ਸਾਧਿਆ ਟਰੂਡੋ ਨੇ ਨਿਸ਼ਾਨਾ। ਟਰੂਡੋ ਦੀ ਨਾਟੋ ਲੀਡਰਸ ਨਾਲ ਮੁਲਾਕਾਤ, ਯੂਕਰੇਨ ਦੇ ਹਾਲਾਤਾਂ ਤੇ ਚਰਚਾ। ਬਿਨਾਂ ਟੀਕੇ ਵਾਲੇ ਕਰ ਰਹੇ ਮੰਗ, ਕੈਨੇਡਾ ਤੋਂ ਮੰਗੀ ਦਾਖਲੇ ਦੀ ਇਜਾਜ਼ਤ। ਤਾਲਿਬਾਨ ਨੇ ਤੋੜਿਆ ਆਪਣਾ ਵਾਅਦਾ, ਲੜਕੀਆਂ ਦੀ ਸਿੱਖਿਆ ਤੇ ਲਗਾਈ ਰੋਕ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਇੱਕ ਖਾਸ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦਾ ਐਲਾਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤਾ ਗਿਆ। ਸਵਾਲ ਉਹਨਾਂ ਨੂੰ ਪੁੱਛਿਆ ਜਾ ਰਿਹਾ ਸੀ ਕਿ ਵੱਡੇ ਡਰਾਅ ਜਾਣੀ ਕਿ ਫੈਡਰਲ ਲੈਵਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਕਦੋਂ ਕੱਢੇ ਜਾਣਗੇ। ਇਸ ਬਾਰੇ ਸੰਕੇਤ ਜਿਹੜੇ ਨੇ ਹੁਣ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਐਂਟਰੀ ਦੇ ਇਹ ਵੱਡੇ ਡਰਾਅ ਸਪ੍ਰਿੰਗ ਵਿੱਚ ਦੁਬਾਰਾ ਤੋਂ ਕੱਢਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਬਾਰੇ ਹੋਰ ਉਹਨਾਂ ਨੇ ਕੀ ਕਿਹਾ, ਜਾਣੋ ਇਸ ਖਬਰ ਰਾਹੀਂ। IRCC ਵੱਲੋਂ ਫੈਡਰਲ ਸਕਿਲਡ ਵਰਕਰਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਕਦੋਂ ਕੱਢੇ ਜਾਣਗੇ, ਇਸ ਬਾਰੇ ਇੱਕ ਖਾਸ ਤੇ ਵੱਡੀ ਜਾਣਕਾਰੀ ਸਾਹਮਣੇ ਆਈ। ਹੁਣ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਪ੍ਰਿੰਗ ਦੌਰਾਨ ਵੱਡੇ ਡਰਾਅ ਮੁੜ ਤੋਂ ਐਲਾਨ ਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਸਕਿਲਡ ਵਰਕਰਸ ਵਾਸਤੇ ਐਕਸਪ੍ਰੈਸ ਐਂਟਰੀ ਡਰਾਅ ਕੱਢਣ ਦੀ ਸ਼ੁਰੂਆਤ ਸਪ੍ਰਿੰਗ ਤੋਂ ਕੀਤੀ ਜਾਵੇਗੀ। ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਵਰਚੁਅਲ ਇੰਟਰਵਿਊ ਦੇ ਵਿੱਚ ਦਿੱਤੀ ਗਈ, ਜਿੱਥੇ ਉਹਨਾਂ ਤੋਂ ਇੰਟਰਨੈਸ਼ਨਲ ਸਟੂਡੈਂਟਸ ਨਾਲ ਜੁੜੇ ਹੋਏ ਮਸਲਿਆਂ ਦੇ ਬਾਰੇ ਸਵਾਲ ਪੁੱਛੇ ਜਾ ਰਹੇ ਸਨ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫੋਰਨ ਵਰਕਰਸ ਦੇ ਵਾਸਤੇ ਇੱਕ ਨਵਾਂ ਪਾਥਵੇ ਲਿਆਂਦਾ ਜਾਵੇਗਾ। ਦੱਸ ਦਈਏ ਕਿ ਦਸੰਬਰ 2020 ਤੋਂ ਹੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਡਰਲ ਲੈਵਲ ਦੇ ਡਰਾਅ ਨਹੀਂ ਕੱਢੇ ਗਏ ਤੇ ਇਸ ਤੋਂ ਇਲਾਵਾ ਸਤੰਬਰ ਮਹੀਨੇ ਤੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਕੱਢਣ ਦੇ ਉੱਪਰ ਵੀ ਰੋਕ ਲਗਾ ਦਿੱਤੀ ਗਈ। ਹਾਲ ਹੀ 'ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਕੋਲ ਫਾਈਲਾਂ ਦਾ ਵੱਡਾ ਬੈਕਲੌਗ ਜਮ੍ਹਾਂ ਹੋ ਚੁੱਕਿਆ ਹੈ। ਪਹਿਲਾਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਸੀ, ਉਸ ਤੋਂ ਵੀ ਗਿਣਤੀ ਇਹਨਾਂ ਬੈਕਲੌਗ ਦੀ ਵਧਦੀ ਹੋਈ ਦਿਖਾਈ ਦਿੱਤੀ। ਤਾਜ਼ਾ ਅੰਕੜਿਆਂ ਮੁਤਾਬਕ IRC ਵਿਭਾਗ ਕੋਲ 1.84 ਮਿਲੀਅਨ ਦਾ ਬੈਕਲੌਗ ਇਕੱਠਾ ਹੋ ਗਿਆ। ਇਸ ਸਮੇਂ IRCC ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਭ ਤੋਂ ਪਹਿਲਾਂ ਇਸ ਬੈਕਲੌਗ ਨੂੰ ਕਲੀਅਰ ਕੀਤਾ ਜਾਵੇ। ਫਰਵਰੀ ਮਹੀਨੇ ਦੌਰਾਨ ਇੱਕ ਵੱਡਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਇੱਕੋ ਵਾਰ 27,332 ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡਰਾਅ ਸੀ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਝਾਕੀ। ਇਸ ਤੋਂ ਇਲਾਵਾ ਇਸ ਦੇ ਵਿੱਚ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਵੀ ਕਾਫੀ ਹੇਠਾਂ ਆ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ IRCC ਵੱਲੋਂ ਕਈ ਵਾਰ ਸੰਕੇਤ ਦਿੱਤੇ ਗਏ ਕਿ ਇਹ ਵੱਡੇ ਡਰਾਅ ਕਦੋਂ ਐਲਾਨ ਕੀਤੇ ਜਾਣਗੇ, ਪਰ ਉਸ ਤੋਂ ਬਾਅਦ ਕਈ ਵਾਰ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਸੀ ਕਿ ਇਹਨਾਂ ਉੱਪਰ ਅਜੇ ਰੋਕ ਜਾਰੀ ਰਹੇਗੀ। ਹੁਣ ਜੋ ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਦਾ ਬਿਆਨ ਸਾਹਮਣੇ ਆਇਆ, ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਲੈਵਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਸਪ੍ਰਿੰਗ ਤੋਂ ਐਲਾਨ ਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਰਪ ਦੀ ਪਾਰਲੀਮੈਂਟ ਵਿੱਚ ਬੋਲੇ, ਜਿੱਥੇ ਉਹਨਾਂ ਵੱਲੋਂ ਖਾਸ ਮੰਗ ਰੱਖੀ ਗਈ। ਇਸ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਪੁਤਿਨ ਨੂੰ ਲੱਗਿਆ ਸੀ, ਉਸ ਤਰ੍ਹਾਂ ਨਹੀਂ ਹੋਇਆ। ਉਹਨਾਂ ਵੱਲੋਂ ਮਿਸ ਕੈਲਕੂਲੇਸ਼ਨ ਕਰ ਲਈ ਗਈ। ਟਰੂਡੋ ਕਹਿੰਦੇ ਨੇ ਕਿ ਯੂਕਰੇਨ ਦੇ ਉੱਪਰ ਜੋ ਹਮਲਾ ਕੀਤਾ ਗਿਆ, ਪੁਤਿਨ ਨੂੰ ਲੱਗਦਾ ਸੀ, ਜਾਣੀ ਕਿ ਰੂਸ ਦੇ ਰਾਸ਼ਟਰਪਤੀ ਨੂੰ ਲੱਗਦਾ ਸੀ ਕਿ ਉਹ ਯੂਕਰੇਨ ਦੇ ਉੱਪਰ ਬਹੁਤ ਜਲਦ ਕਬਜ਼ਾ ਕਰ ਲੈਣਗੇ, ਪਰ ਅਜਿਹਾ ਨਹੀਂ ਹੋ ਸਕਿਆ। ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਜਾਣੋ ਇਸ ਖਬਰਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਰਪ ਲੀਡਰਸ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਯੂਕਰੇਨ ਦੇ ਜਿਹੜੇ ਹਾਲਾਤ ਨੇ, ਉਹਨਾਂ ਦੇ ਉੱਪਰ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਯੂਕਰੇਨ ਨੂੰ ਇਸ ਸਮੇਂ ਜ਼ਿਆਦਾ ਹਿਊਮੈਨਿਟੇਰੀਅਨ ਏਡ ਅਤੇ ਮਿਲਟਰੀ ਗੇਅਰਸ ਦੀ ਜ਼ਰੂਰਤ ਹੈ। ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਿਤ ਕੀਤਾ ਗਿਆ। ਸਾਲ 2017 ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਵਾਰ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਲੀਡਰਸ ਨੂੰ ਇੱਕ ਖਾਸ ਅਪੀਲ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਰੂਸ ਵੱਲੋਂ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਇਸ ਦੇ ਸੰਬੰਧ ਵਿੱਚ ਸਾਰਿਆਂ ਨੂੰ ਇਕੱਠੇ ਖੜਨ ਦੀ ਜ਼ਰੂਰਤ ਹੈ। ਇਸ ਦੌਰਾਨ ਉਹਨਾਂ ਵੱਲੋਂ ਲੋਕਤੰਤਰ ਦੀ ਗੱਲ ਕੀਤੀ ਗਈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਤੋਂ ਗਲਤੀ ਹੋ ਗਈ, ਜੋ ਕਿ ਉਹਨਾਂ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਪੁਤਿਨ ਨੂੰ ਲੱਗਦਾ ਸੀ ਕਿ ਯੂਰਪੀਅਨ ਯੂਨੀਅਨ ਅਤੇ ਨਾਟੋ ਦੇ ਵਿੱਚ ਉਹਨਾਂ ਵੱਲੋਂ ਦਰਾਰ ਪਾ ਦਿੱਤੀ ਜਾਵੇਗੀ, ਪਰ ਇਹ ਪੁਤਿਨ ਦੀ ਮਿਸ ਕੈਲਕੂਲੇਸ਼ਨ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਟੋ ਲੀਡਰਸ ਨਾਲ ਮੁਲਾਕਾਤ ਕਰਨ ਵਾਲੇ ਹਨ, ਜਿਸ ਮੌਕੇ ਉਹਨਾਂ ਵੱਲੋਂ ਯੂਕਰੇਨ ਦੇ ਸੰਬੰਧ ਵਿੱਚ ਵਿਚਾਰ ਕੀਤੇ ਜਾਣਗੇ। President Zelensky and I have been talking often about the strong ties between our countries. Canada, as mentioned, is home to the second largest Ukrainian community in the world after Russia. So we must all collectively step up to provide humanitarian aid to support families affected by this war and already start thinking about investing to rebuild
Ukraine afterwards. We must all continue to send military equipment and lethal aid to help Ukrainians in their heroic defense, not just of their lands, but of all of the principles that defend ours. And we must continue to impose unprecedented sanctions on Putin and his enablers in Russia and Belarus, increasing the pressure as much as we can. We must ensure that the decision to invade a sovereign, independent country is understood to be a strategic failure that carries with it ruinous costs for Putin and Russia. Putin's attack on Ukraine is an attack on the values that form the pillars of all democracies. We have a responsibility to make the case to people about why these values matter so much, not just to Ukrainians, but to us all. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨੀ ਦਿਨੀ ਆਪਣੇ ਦੌਰੇ ਦੇ ਉੱਪਰ ਨੇ, ਜਿੱਥੇ ਉਹਨਾਂ ਵੱਲੋਂ ਨਾਟੋ ਲੀਡਰਸ ਨਾਲ ਮੁਲਾਕਾਤ ਕੀਤੀ ਜਾਵੇਗੀ। ਅੱਜ ਉਹ ਯੂਰਪ ਦੀ ਪਾਰਲੀਮੈਂਟ ਦੇ ਵਿੱਚ ਬੋਲੇ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਦੇ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਾਟੋ ਲੀਡਰਸ ਨਾਲ ਬੈਠਕ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਯੂਕਰੇਨ ਦੇ ਸੰਕਟ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਦੱਸ ਦਈਏ ਕਿ ਰਸ਼ੀਆ ਵੱਲੋਂ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਉਸ ਤੋਂ 1 ਮਹੀਨੇ ਬਾਅਦ ਇਹ ਵਿਸ਼ੇਸ਼ ਬੈਠਕ ਹੋ ਰਹੀ ਹੈ। ਐਕਸਪਰਟਸ ਵੱਲੋਂ ਹੁਣ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਦੱਸੇ ਜਾ ਰਹੇ ਨੇ। ਕੁਝ ਐਕਸਪਰਟਸ ਦਾ ਮੰਨਣਾ ਹੈ ਕਿ ਰੂਸ ਨੂੰ ਭਰੋਸਾ ਸੀ ਕਿ ਉਹ ਯੂਕਰੇਨ ਤੇ ਤੁਰੰਤ ਕਬਜ਼ਾ ਕਰ ਲਵੇਗਾ, ਪਰ ਅਜਿਹਾ ਨਹੀਂ ਹੋ ਸਕਿਆ। ਇਹ ਜੋ ਵਿਚਾਰ ਐਕਸਪਰਟ ਵੱਲੋਂ ਸਾਂਝੇ ਕੀਤੇ ਗਏ, ਇਸ ਨਾਲ ਯੂਕਰੇਨ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਮੁਖੀ ਵੀ ਸਹਿਮਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਰੂਸ ਅਗਲੀ ਆਪਣੀ ਰਣਨੀਤੀ ਲਈ ਯੂਕਰੇਨ ਦੇ ਸ਼ਹਿਰਾਂ ਅਤੇ ਆਮ ਲੋਕਾਂ ਨੂੰ ਇਸ ਜੰਗ ਵਿੱਚ ਘਸੀਟ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਸ਼ੀਆ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਆਪਣੀ ਮੁੱਢਲੀ ਰਣਨੀਤੀ ਨਾਲ ਜੰਗ ਨਹੀਂ ਜਿੱਤ ਸਕਦਾ ਸੀ। ਇਸ ਕਰਕੇ ਉਨ੍ਹਾਂ ਨੇ ਇਸ ਨੂੰ ਯੂਕਰੇਨੀ ਲੋਕ, ਸ਼ਹਿਰ ਅਤੇ ਮਾਸੂਮ ਲੋਕਾਂ ਨੂੰ ਮਾਰਨ ਦੀ ਰਣਨੀਤੀ ਵਿੱਚ ਬਦਲ ਦਿੱਤਾ। ਦੱਸ ਦਈਏ ਕਿ ਯੂਰਪ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਵਿੱਚ ਲਗਾਤਾਰ ਵੱਧ ਰਹੀਆਂ ਆਮ ਨਾਗਰਿਕਾਂ ਦੀਆਂ ਮੌਤਾਂ ਬਾਰੇ ਯੂਕਰੇਨੀ ਰਾਸ਼ਟਰਪਤੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ। ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਦੇ ਦਫ਼ਤਰ ਮੁਤਾਬਕ ਹੁਣ ਤੱਕ ਇਸ ਯੁੱਧ ਕਾਰਨ 902 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। 1459 ਦੇ ਕਰੀਬ ਇਸ ਦੌਰਾਨ ਲੋਕ ਜ਼ਖਮੀ ਹੋਏ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਜੰਗ ਦੇ ਕਾਰਨ ਆਪਣਾ ਦੇਸ਼ ਯਾਨੀ ਕਿ ਯੂਕਰੇਨ ਛੱਡ ਦਿੱਤਾ ਗਿਆ, ਜੋ ਕਿ ਵੱਖ-ਵੱਖ ਦੇਸ਼ਾਂ ਵਿੱਚ ਇਸ ਸਮੇਂ ਸ਼ਰਨ ਲੈ ਰਹੇ ਨੇ। ਪੋਲੈਂਡ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਯੂਕਰੇਨ ਤੋਂ ਲੋਕ ਜਾ ਰਹੇ ਨੇ ਤੇ ਬਾਕੀ ਦੇਸ਼ਾਂ ਵੱਲੋਂ ਵੀ ਇਸ ਬਾਰੇ ਐਲਾਨ ਕੀਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਜਿਹੜੀਆਂ ਪਾਬੰਦੀਆਂ ਸਨ, ਉਹਨਾਂ ਵਿੱਚ ਰਾਹਤ ਦੇ ਦਿੱਤੀ ਗਈ, ਪਰ ਅਜੇ ਵੀ ਇੱਕ ਸ਼ਰਤ ਬਰਕਰਾਰ ਹੈ, ਜਿਸ ਮੁਤਾਬਕ ਸਿਰਫ ਵੈਕਸੀਨੇਟਿਡ ਯਾਤਰੀ ਹੀ ਕੈਨੇਡਾ ਵਿੱਚ ਦਾਖਲਾ ਲੈ ਸਕਦੇ ਨੇ। ਜਿਨ੍ਹਾਂ ਨੇ ਹੁਣ ਕੋਵਿਡ-19 ਵੈਕਸੀਨ ਨਹੀਂ ਲਗਵਾਈ, ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਨੂੰ ਵੀ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦੇਵੇ, ਭਾਵ ਕਿ ਬਿਨਾਂ ਟੀਕੇ ਵਾਲਿਆਂ ਨੂੰ ਵੀ ਰਾਹਤ ਦੀ ਹੁਣ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਹੁਣ ਬਿਨਾਂ ਟੀਕੇ ਵਾਲਿਆਂ ਨੂੰ ਵੀ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਇਸ ਸੰਬੰਧੀ ਯਾਤਰੀਆਂ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ। ਬਹੁਤ ਸਾਰੇ ਅਜਿਹੇ ਯਾਤਰੀ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਗਈ ਤੇ ਕਦੀ ਉਹਨਾਂ ਨੂੰ ਐਮਰਜੈਂਸੀ ਵਿੱਚ ਕੈਨੇਡਾ ਦੀ ਯਾਤਰਾ ਕਰਨੀ ਪੈਂਦੀ ਹੈ, ਪਰ ਜਦੋਂ ਉਹਨਾਂ ਨੂੰ ਕੈਨੇਡਾ ਵਿੱਚ ਐਂਟਰੀ ਨਹੀਂ ਮਿਲ ਰਹੀ ਤਾਂ ਉਹ ਮੰਗ ਕਰ ਰਹੇ ਨੇ ਕਿ ਬਿਨਾਂ ਵੈਕਸੀਨ ਵਾਲਿਆਂ ਨੂੰ ਵੀ ਕੈਨੇਡਾ ਵਿੱਚ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਕੋਵਿਡ-19 ਵੈਕਸੀਨੇਸ਼ਨ ਦਰ ਵਿੱਚ ਵਾਧਾ ਕਰਨ ਲਈ ਨਵੰਬਰ 2021 ਦੌਰਾਨ ਕੈਨੇਡਾ ਵੱਲੋਂ ਡੋਮੈਸਟਿਕ ਅਤੇ ਇੰਟਰਨੈਸ਼ਨਲ ਟਰੈਵਲ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ, ਜਿਸ ਦਾ ਭਾਵ ਹੈ ਕਿ ਸਿਰਫ ਉਹੀ ਕੈਨੇਡਾ ਵਿੱਚ ਡੋਮੈਸਟਿਕ ਇੰਟਰਨੈਸ਼ਨਲ ਟਰੈਵਲ ਕਰ ਸਕਣਗੇ ਜਾਂ ਫਿਰ ਰੇਲ ਦਾ ਸਫ਼ਰ ਕਰ ਸਕਣਗੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕੀਤੇ ਗਏ ਨੇ। ਹਾਲ ਹੀ 'ਚ ਇਹ ਸਵਾਲ ਸਿਹਤ ਮੰਤਰੀ ਨੂੰ ਵੀ ਪੁੱਛਿਆ ਗਿਆ ਸੀ ਕਿ ਇਸ ਲਾਜ਼ਮੀ ਵੈਕਸੀਨੇਸ਼ਨ ਨੀਤੀ ਨੂੰ ਕਦੋਂ ਖਤਮ ਕੀਤਾ ਜਾਵੇਗਾ, ਜਿਸ ਦਾ ਜਵਾਬ ਦਿੰਦਿਆਂ ਉਹਨਾਂ ਦਾ ਕਹਿਣਾ ਸੀ ਕਿ ਅਜਿਹਾ ਕਦਮ ਫਿਲਹਾਲ ਸਰਕਾਰ ਵੱਲੋਂ ਨਹੀਂ ਚੁੱਕਿਆ ਜਾਏਗਾ। ਕੈਨੇਡਾ ਤੋਂ ਇਲਾਵਾ ਕਈ ਅਜਿਹੇ ਦੇਸ਼ ਨੇ ਜਿਨ੍ਹਾਂ ਵੱਲੋਂ ਇਸ ਸੰਬੰਧੀ ਰਾਹਤ ਦੇ ਦਿੱਤੀ ਗਈ ਹੈ। ਮੌਜੂਦਾ ਸਮੇਂ ਕੈਨੇਡਾ ਵਿੱਚ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 85% ਤੋਂ ਵੱਧ ਕੈਨੇਡੀਅਨਸ ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। ਹੁਣ ਜਦੋਂ ਮੌਜੂਦਾ ਕਰੋਨਾ ਵਾਇਰਸ ਦੇ ਹਾਲਾਤ ਦੇਖੇ ਜਾ ਰਹੇ ਨੇ ਤਾਂ ਕਈ ਸੂਬੇ ਪਾਬੰਦੀਆਂ ਵਿੱਚ ਰਾਹਤ ਦੇ ਰਹੇ ਨੇ। ਕਈ ਥਾਵਾਂ ਤੋਂ ਵੈਕਸੀਨੇਸ਼ਨ ਪ੍ਰੂਫ ਵੀ ਖਤਮ ਕੀਤਾ ਜਾ ਰਿਹਾ ਹੈ। ਕੈਨੇਡਾ ਤੋਂ ਇਲਾਵਾ ਇੰਗਲੈਂਡ, ਆਇਰਲੈਂਡ, ਆਈਸਲੈਂਡ ਅਤੇ ਹੋਰ ਕਈ ਅਜਿਹੇ ਦੇਸ਼ ਵੀ ਹਨ ਜਿਨ੍ਹਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਬਿਨਾਂ ਵੈਕਸੀਨ ਵਾਲੇ ਯਾਤਰੀ ਵੀ ਬਿਨਾਂ ਕਿਸੇ ਪਾਬੰਦੀ ਦੇ ਯਾਤਰਾ ਕਰ ਸਕਦੇ ਨੇ। ਗ੍ਰੀਸ ਅਤੇ ਜਮੈਕਾ ਵੱਲੋਂ ਵੀ ਬਿਨਾਂ ਵੈਕਸੀਨੇਸ਼ਨ ਵਾਲੇ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਗਏ।
ਤੇ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੀ ਅਜਿਹਾ ਕਦਮ ਚੁੱਕੇ, ਪਰ ਫਿਲਹਾਲ ਕੈਨੇਡਾ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਯੋਜਨਾ ਤਿਆਰ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਕੁਝ ਮੈਡੀਕਲ ਐਕਸਪਰਟ ਅਜਿਹੇ ਵੀ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਲਈ ਆਪਣੀ ਵੈਕਸੀਨੇਸ਼ਨ ਨੀਤੀ ਨੂੰ ਮੁੜ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਕਈ ਵਾਰ ਯਾਤਰੀਆਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਵੀ ਕੀਤੀ ਗਈ ਹੁੰਦੀ ਹੈ, ਪਰ ਫਿਰ ਵੀ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਨੇ। ਅਲੱਗ-ਅਲੱਗ ਮਾਹਿਰਾਂ ਵੱਲੋਂ ਹੁਣ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ, ਪਰ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਸ ਨੀਤੀ ਦੇ ਬਾਰੇ ਕੀ ਫੈਸਲਾ ਲਿਆ ਜਾਂਦਾ ਹੈ। ਤਾਲਿਬਾਨ ਵੱਲੋਂ ਸਿੱਖਿਆ ਨੂੰ ਲੈ ਕੇ ਜੋ ਵਾਅਦਾ ਕੀਤਾ ਗਿਆ ਸੀ, ਇਹ ਤਾਲਿਬਾਨ ਵੱਲੋਂ ਤੋੜਿਆ ਗਿਆ। ਜੀ ਹਾਂ, ਤਾਲਿਬਾਨ ਦਾ ਕਹਿਣਾ ਹੈ ਕਿ ਹੁਣ ਲੜਕੀਆਂ ਸਿੱਖਿਆ ਹਾਸਲ ਨਹੀਂ ਕਰ ਸਕਣਗੀਆਂ। 6ਵੀਂ ਜਮਾਤ ਤੋਂ ਬਾਅਦ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਦਾ ਹੱਕ ਨਹੀਂ ਹੋਏਗਾ। ਜਦੋਂ ਇਹ ਮਾਮਲਾ ਸਾਹਮਣੇ ਆਇਆ, ਜਾਣੀ ਕਿ ਤਾਲਿਬਾਨ ਦਾ ਇਹ ਐਲਾਨ ਸਾਹਮਣੇ ਆਇਆ, ਤਾਂ ਇਸ ਨੂੰ ਲੈ ਕੇ ਲੋਕ ਆਪਣੀ ਨਿਰਾਸ਼ਾ ਪ੍ਰਗਟਾਉਂਦੇ ਹੋਏ ਦਿਖਾਈ ਦੇ ਰਹੇ ਨੇ। ਤਾਲਿਬਾਨ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ, ਉਹ ਵਾਅਦਾ ਤਾਲਿਬਾਨ ਵੱਲੋਂ ਤੋੜਿਆ ਗਿਆ। ਇਹ ਵਾਅਦਾ ਸੀ ਅਫਗਾਨਿਸਤਾਨ ਵਿੱਚ ਸਕੂਲੀ ਵਿਦਿਆਰਥਣਾਂ ਨੂੰ ਲੈ ਕੇ। ਹੁਣ ਅਫਗਾਨਿਸਤਾਨ ਤੋਂ ਲੜਕੀਆਂ ਦੀ ਸਿੱਖਿਆ ਦੇ ਸੰਬੰਧ ਵਿੱਚ ਇੱਕ ਹੈਰਾਨ ਕਰਨ ਵਾਲਾ ਫੈਸਲਾ ਸਾਹਮਣੇ ਆਇਆ। ਜੀ ਹਾਂ, ਅਫਗਾਨਿਸਤਾਨ ਵਿੱਚ 6ਵੀਂ ਕਲਾਸ ਤੋਂ ਬਾਅਦ ਲੜਕੀਆਂ ਨੂੰ ਸਕੂਲ ਵਿੱਚ ਸਿੱਖਿਆ ਹਾਸਲ ਕਰਨ ਦੀ ਇਜਾਜ਼ਤ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਇਸ ਫੈਸਲੇ ਨੂੰ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਵੱਲੋਂ ਇਸ ਨੂੰ ਲੈ ਕੇ ਇੱਕ ਵਾਅਦਾ ਕੀਤਾ ਗਿਆ ਸੀ। ਇਹ ਜੋ ਫੈਸਲਾ ਸਾਹਮਣੇ ਆਇਆ ਹੈ, ਇਸ ਨਾਲ ਵਿਦੇਸ਼ ਤੋਂ ਅਫਗਾਨਿਸਤਾਨ ਨੂੰ ਜੋ ਫੰਡਿੰਗ ਹੋ ਰਹੀ ਹੈ, ਉਸ ਦੀ ਰਾਹ ਦੇ ਵਿੱਚ ਵੀ ਅੜਿੱਕਾ ਪੇਸ਼ ਆ ਸਕਦਾ ਹੈ। ਹੁਣ ਜਦੋਂ ਇਹ ਫੈਸਲਾ ਅਫਗਾਨਿਸਤਾਨ ਤੋਂ ਸਾਹਮਣੇ ਆਇਆ ਤਾਂ ਯੂਐਸ ਸਪੈਸ਼ਲ ਰਿਪਰੈਜ਼ੈਂਟੇਟਿਵ ਥਾਮਸ ਵੱਲੋਂ ਇੱਕ ਟਵੀਟ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਆਪਣੀ ਨਿਰਾਸ਼ਾ ਅਤੇ ਹੈਰਾਨੀ ਪ੍ਰਗਟ ਕੀਤੀ ਗਈ ਹੈ। ਉਹਨਾਂ ਵੱਲੋਂ ਇਸ ਫੈਸਲੇ ਨੂੰ ਗਲਤ ਦੱਸਿਆ ਗਿਆ। ਇਸ ਤੋਂ ਇਲਾਵਾ ਇੰਟਰਨੈਸ਼ਨਲ ਕਮਿਊਨਿਟੀ ਵੀ ਇਸ ਫੈਸਲੇ ਤੋਂ ਹੁਣ ਨਾਰਾਜ਼ ਹੈ। ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਸੀ ਕਿ ਸਿੱਖਿਆ ਦਾ ਅਫਗਾਨਿਸਤਾਨ ਦੇ ਲੋਕਾਂ ਨੂੰ ਹੱਕ ਹੈ, ਪਰ ਹੁਣ ਤਾਲਿਬਾਨ ਵੱਲੋਂ ਇੱਕ ਹੈਰਾਨ ਕਰਨ ਵਾਲਾ ਫੈਸਲਾ ਸੁਣਾ ਦਿੱਤਾ ਗਿਆ। 에ਅਰ ਕੈਨੇਡਾ ਦੇ ਸੀਈਓ ਵੱਲੋਂ ਮੁਆਫੀ ਮੰਗੀ ਗਈ ਹੈ। ਉਹਨਾਂ ਵੱਲੋਂ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਹੁਣ ਮੁਆਫੀ ਮੰਗੀ ਗਈ। ਦਰਅਸਲ ਫ੍ਰੈਂਚ ਭਾਸ਼ਾ ਨੂੰ ਲੈ ਕੇ ਸੀਈਓ ਵੱਲੋਂ ਜੋ ਟਿੱਪਣੀ ਕੀਤੀ ਗਈ ਸੀ, ਇਸ ਤੋਂ ਬਾਅਦ ਉਹ ਕਾਫੀ ਵਿਵਾਦਾਂ ਵਿੱਚ ਆਏ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਮੁਆਫੀ ਮੰਗੀ ਗਈ। 에ਅਰ ਕੈਨੇਡਾ ਦੇ ਸੀਈਓ ਵੱਲੋਂ ਹੁਣ ਮੁਆਫੀ ਮੰਗੀ ਗਈ ਹੈ। ਦਰਅਸਲ ਉਹਨਾਂ ਵੱਲੋਂ ਫ੍ਰੈਂਚ ਬਾਰੇ ਜੋ ਟਿੱਪਣੀ ਕੀਤੀ ਗਈ ਸੀ, ਇਸ ਮਾਮਲੇ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਪਾਰਲੀਮੈਂਟਰੀ ਕਮੇਟੀ ਕੋਲੋਂ ਮੁਆਫੀ ਮੰਗੀ ਗਈ। ਪਿਛਲੇ ਸਾਲ ਨਵੰਬਰ ਵਿੱਚ ਆਪਣੀ ਫ੍ਰੈਂਚ ਭਾਸ਼ਾ ਦੀ ਜਾਣਕਾਰੀ ਬਾਰੇ ਉਹਨਾਂ ਵੱਲੋਂ ਜੋ ਟਿੱਪਣੀ ਕੀਤੀ ਗਈ ਸੀ, ਇਸ ਮਾਮਲੇ ਦੇ ਸੰਬੰਧ ਵਿੱਚ 에ਅਰ ਕੈਨੇਡਾ ਦੇ ਸੀਈਓ ਵੱਲੋਂ ਪਾਰਲੀਮੈਂਟਰੀ ਕਮੇਟੀ ਅੱਗੇ ਮੁਆਫੀ ਮੰਗੀ ਗਈ। ਉਹ ਅਧਿਕਾਰਤ ਭਾਸ਼ਾਵਾਂ ਦੀ ਸਟੈਂਡਿੰਗ ਕਮੇਟੀ ਅੱਗੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ, ਜਿਸ ਵਿੱਚ ਉਹਨਾਂ ਕਿਹਾ ਕਿ ਮੈਂ ਮੁਆਫੀ ਚਾਹੁੰਦਾ ਹਾਂ, ਮੈਂ ਇੱਥੇ ਇੱਕ ਵਾਰੀ ਫੇਰ ਮੁਆਫੀ ਮੰਗਦਾ ਹਾਂ। ਦੱਸ ਦਈਏ ਕਿ 에ਅਰ ਕੈਨੇਡਾ ਦੇ ਸੀਈਓ ਵੱਲੋਂ ਕਿਹਾ ਗਿਆ ਸੀ ਕਿ ਕਿਊਬਿਕ ਵਿੱਚ 14 ਸਾਲ ਰਹਿਣ ਦੇ ਬਾਵਜੂਦ ਉਹ ਕੰਪਨੀ ਚਲਾਉਣ ਵਿੱਚ ਇੰਨੇ ਮਸ਼ਰੂਫ ਸਨ ਕਿ ਉਹਨਾਂ ਕੋਲ ਫ੍ਰੈਂਚ ਭਾਸ਼ਾ ਸਿੱਖਣ ਦਾ ਸਮਾਂ ਨਹੀਂ ਸੀ। ਸਿਰਫ ਅੰਗਰੇਜ਼ੀ ਵਿੱਚ ਹੀ ਬਿਜ਼ਨਸ ਭਾਸ਼ਣ ਦੇਣ ਨੂੰ ਲੈ ਕੇ ਸੀਈਓ ਦੀ ਆਲੋਚਨਾ ਹੋਈ ਸੀ। ਹੁਣ ਉਹਨਾਂ ਕਿਹਾ ਕਿ ਮੈਂ ਸਵੀਕਾਰ ਕਰਦਾ ਹਾਂ ਕਿ 에ਅਰ ਕੈਨੇਡਾ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਮੈਂ ਫ੍ਰੈਂਚ ਭਾਸ਼ਾ ਨਾ ਸਿੱਖ ਕੇ ਗਲਤੀ ਕੀਤੀ ਹੈ ਤੇ ਮੈਂ ਹੁਣ ਇਸ ਗਲਤੀ ਨੂੰ ਸੁਧਾਰ ਰਿਹਾ ਹਾਂ। ਬਲਾਕ ਐਮਪੀ ਵੱਲੋਂ ਜਦੋਂ ਸਵਾਲ ਪੁੱਛਿਆ ਗਿਆ ਤੇ ਇਸ ਦੇ ਉੱਪਰ ਸੀਈਓ ਨੇ ਕਿਹਾ ਕਿ ਉਹ ਹਰ ਰੋਜ਼ ਸਵੇਰੇ ਅਦਾਰਿਆਂ ਅਤੇ ਅਧਿਆਪਕਾਂ ਕੋਲੋਂ ਫ੍ਰੈਂਚ ਭਾਸ਼ਾ ਸਿੱਖ ਰਹੇ ਨੇ। ਦੱਸ ਦਈਏ ਕਿ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਸਾਲ 2016 ਤੋਂ ਹੁਣ ਤੱਕ ਉਹ ਆਪਣੇ 10,000 ਮੁਲਾਜ਼ਮਾਂ ਨੂੰ 1,30,000 ਤੋਂ ਵੱਧ ਘੰਟੇ ਫ੍ਰੈਂਚ ਕਲਾਸਾਂ ਪ੍ਰਦਾਨ ਕਰ ਚੁੱਕੇ ਨੇ। ontario ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਮੁਤਾਬਕ ਪਹਿਲਾਂ ਦੇ ਮੁਕਾਬਲੇ ਇਸ ਸਾਲ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਹੋਈ ਹੈ। ਵੱਖ-ਵੱਖ ਕਾਰਨਾਂ ਕਰਕੇ ਜਿਹੜੀਆਂ ਮੌਤਾਂ ਹੋਈਆਂ, ਉਸ ਦੇ ਅੰਕੜੇ ਸਾਂਝੇ ਕੀਤੇ ਗਏ ਨੇ, ਜਿਸ ਦੀ ਡੀਟੇਲ ontario ਪੁਲਿਸ ਵੱਲੋਂ ਦਿੱਤੀ ਗਈ। ontario ਵਿੱਚ ਸਪੀਡ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ ਦਿਖਾਈ ਦਿੱਤਾ, ਜਿੱਥੇ 2021 ਦੌਰਾਨ 10 ਸਾਲਾਂ ਵਿੱਚ ਵੱਧ ਮੌਤਾਂ ਇਸ ਸਪੀਡ ਦੇ ਕਾਰਨ ਸੂਬੇ ਵਿੱਚ ਹੋਈਆਂ ਨੇ। ਇਹ ਜਾਣਕਾਰੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ, ਜਿਸ ਵਿੱਚ ਦੱਸਿਆ ਕਿ ਪਿਛਲੇ ਸਾਲ 315 ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿੱਚ ਸਪੀਡ ਦੇ ਕਾਰਨ ਹੋਈ, ਜਿਸ ਦਾ ਮਤਲਬ ਹੈ ਕਿ 2020 ਦੇ ਮੁਕਾਬਲੇ ਇਹ 3% ਦਾ ਵਾਧਾ ਸੀ ਜੋ ਉਸ ਸਾਲ ਦਰਜ ਕੀਤਾ ਗਿਆ। ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 58 ਲੋਕਾਂ ਦੀ ਮੌਤ ਇਸ ਕਾਰਨ ਹੋਈ ਕਿਉਂਕਿ ਉਹ ਡਿਸਟਰੈਕਟ ਹੋ ਗਏ ਅਤੇ ਉਹਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ontario ਪੁਲਿਸ ਦਾ ਕਹਿਣਾ ਹੈ ਕਿ 48 ਮੌਤਾਂ ਸੀਟ ਬੈਲਟ ਰਿਲੇਟਡ ਹਨ। ਇਸ ਦੌਰਾਨ ਜਿਨ੍ਹਾਂ ਦੀ ਨਸ਼ੇ ਕਾਰਨ ਮੌਤ ਹੋਈ, ਉਹਨਾਂ ਦਾ ਅੰਕੜਾ 46% ਦਾ ਦੱਸਿਆ ਗਿਆ, ਜੋ ਕਿ 2021 ਵਿੱਚ 31 ਮੌਤਾਂ ਦੱਸੀਆਂ ਗਈਆਂ ਨੇ। ਆਫੀਸਰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 60,544 ਰੋਡ ਕ੍ਰੈਸ਼ਸ ਰਿਸਪੌਂਡ ਕੀਤੇ ਗਏ, ਜੋ ਕਿ ਪਿਛਲੇ ਸਾਲ ਬਾਰੇ ਦੱਸਿਆ ਗਿਆ। 2020 ਦੇ ਮੁਕਾਬਲੇ ਇਸ ਵਿੱਚ 8% ਦਾ ਵਾਧਾ ਦਰਜ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਕਮਰਸ਼ੀਅਲ ਮੋਟਰ ਵਹੀਕਲ ਇਸ ਹਾਦਸੇ ਦਾ ਸ਼ਿਕਾਰ ਹੋਏ, ਉਹਨਾਂ ਦਾ ਅੰਕੜਾ 17% ਦਾ ਹੈ, ਜਿੱਥੇ 72 ਮੌਤਾਂ ਹੋ ਗਈਆਂ।
35% ਲੋਕ ਅਜਿਹੇ ਸਨ ਜਿਨ੍ਹਾਂ ਦੀ ਮੋਟਰਸਾਈਕਲ ਜਦੋਂ ਹਾਦਸਾਗ੍ਰਸਤ ਹੋਇਆ ਉਸ ਸਮੇਂ ਮੌਤ ਹੋਈ। ਪੁਲਿਸ ਦਾ ਕਹਿਣਾ ਹੈ ਕਿ 2021 ਦੌਰਾਨ 23 ਫਾਟਲ ਮੈਰਿਨ ਇਨਸੀਡੈਂਟ ਰਿਸਪੌਂਡ ਕੀਤੇ ਗਏ। 27 ਲੋਕਾਂ ਦੀ ਹਾਦਸਿਆਂ ਵਿੱਚ ਮੌਤ ਹੋ ਗਈ ਅਤੇ 24 ਅਜਿਹੇ ਸਨ ਜਿਨ੍ਹਾਂ ਨੇ ਲਾਈਫ ਜੈਕਟ ਨਹੀਂ ਪਹਿਨੀ ਹੋਈ ਸੀ। ਜੋ ਅੰਕੜੇ ਓਨਟਾਰੀਓ ਪੁਲਿਸ ਵੱਲੋਂ ਪੇਸ਼ ਕੀਤੇ ਗਏ ਉਹ ਦੱਸਦੇ ਨੇ ਕਿ ਪਹਿਲਾਂ ਦੇ ਮੁਕਾਬਲੇ ਕਿਵੇਂ ਹਾਦਸਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹਿਲੇਰੀ ਕਲਿੰਟਨ ਕੋਰੋਨਾ ਵਾਇਰਸ ਦਾ ਸ਼ਿਕਾਰ ਪਾਏ ਗਏ, ਜਿਸ ਦੀ ਜਾਣਕਾਰੀ ਖੁਦ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸਾਂਝੀ ਕੀਤੀ। ਹਿਲੇਰੀ ਕਲਿੰਟਨ ਦਾ ਕਹਿਣਾ ਹੈ ਕਿ ਉਹ ਕੋਰੋਨਾ ਦੀ ਲਪੇਟ ਵਿੱਚ ਆ ਗਏ। ਉਹਨਾਂ ਨੂੰ ਇਸ ਦੇ ਹਲਕੇ ਲੱਛਣ ਹਨ ਤੇ ਖੁਦ ਉਹਨਾਂ ਵੱਲੋਂ ਹੁਣ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ। ਉਹਨਾਂ ਦੇ ਪਤੀ ਕੋਰੋਨਾ ਨੈਗੇਟਿਵ ਪਾਏ ਗਏ ਨੇ, ਪਰ ਫਿਰ ਵੀ ਉਹਨਾਂ ਵੱਲੋਂ ਖੁਦ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਆਈ ਹੈ। ਹਿਲੇਰੀ ਕਲਿੰਟਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ। ਜੀ ਹਾਂ, ਸਾਬਕਾ ਸੈਕਟਰੀ ਆਫ ਸਟੇਟ ਹਿਲੇਰੀ ਕਲਿੰਟਨ ਵੱਲੋਂ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਹੈ ਕਿ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ। ਕੋਰੋਨਾ ਵਾਇਰਸ ਦੇ ਉਹਨਾਂ ਨੂੰ ਹਲਕੇ ਲੱਛਣ ਹਨ। ਇਸ ਬਾਰੇ ਹਿਲੇਰੀ ਕਲਿੰਟਨ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ। ਹਿਲੇਰੀ ਕਲਿੰਟਨ ਦਾ ਕਹਿਣਾ ਹੈ ਕਿ ਉਹ ਬਿਹਤਰ ਮਹਿਸੂਸ ਕਰ ਰਹੇ ਹਨ ਤੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਕੋਰੋਨਾ ਨੈਗੇਟਿਵ ਪਾਏ ਗਏ ਹਨ, ਪਰ ਉਹਨਾਂ ਵੱਲੋਂ ਖੁਦ ਨੂੰ ਕੁਆਰੰਟਾਈਨ ਕਰ ਲਿਆ ਗਿਆ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਦੇ ਸਪੋਕਸਮੈਨ ਵੱਲੋਂ ਟਵਿੱਟਰ ਦੇ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਜਾਣੀ ਕਿ ਸਾਬਕਾ ਰਾਸ਼ਟਰਪਤੀ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਵੀ ਟੈਸਟ ਕਰਵਾਏ ਜਾਣਗੇ। ਜਾਣਕਾਰੀ ਲਈ ਦੱਸ ਦਈਏ ਕਿ ਹਿਲੇਰੀ ਕਲਿੰਟਨ ਦੀ ਉਮਰ 74 ਸਾਲ ਹੈ ਤੇ ਉਹਨਾਂ ਵੱਲੋਂ ਕੋਰੋਨਾ ਵਾਇਰਸ ਦੇ ਖਿਲਾਫ ਵੈਕਸੀਨ ਹਾਸਲ ਕੀਤੀ ਗਈ ਸੀ। ਹੁਣ ਜਦੋਂ ਉਹਨਾਂ ਵੱਲੋਂ ਆਪਣੇ ਕੋਵਿਡ ਪੋਜ਼ਿਟਿਵ ਪਾਏ ਜਾਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਕੋਵਿਡ-19 ਵੈਕਸੀਨ ਜ਼ਰੂਰ ਲਗਵਾਉਣ ਅਤੇ ਬੂਸਟਰ ਸ਼ਾਟ ਵੀ ਹਾਸਲ ਕਰ ਲੈਣ। ਇਸ ਤੋਂ ਇਲਾਵਾ ਪਿਛਲੇ ਦਿਨੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਪਾਏ ਗਏ। ਯੂਕਰੇਨ ਵਿੱਚ ਹੁਣ ਤੱਕ ਰੂਸ ਦੇ ਕਈ ਫੌਜੀ ਮਾਰੇ ਜਾ ਚੁੱਕੇ ਨੇ। ਇਸ ਬਾਰੇ ਨਾਟੋ ਵੱਲੋਂ ਜਾਣਕਾਰੀ ਦਿੱਤੀ ਗਈ। ਨਾਟੋ ਦਾ ਕਹਿਣਾ ਹੈ ਕਿ 15,000 ਦੇ ਕਰੀਬ ਰਸ਼ੀਅਨ ਫੌਜੀ ਜਿਹੜੇ ਨੇ ਯੂਕਰੇਨ ਵਿੱਚ ਹੁਣ ਤੱਕ ਮਾਰੇ ਜਾ ਚੁੱਕੇ ਨੇ, ਜਿਸ ਬਾਰੇ ਉਹਨਾਂ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਯੂਕਰੇਨ ਵਿੱਚੋਂ ਕਈ ਲੋਕਾਂ ਵੱਲੋਂ ਦੇਸ਼ ਛੱਡ ਦਿੱਤਾ ਗਿਆ। ਇਸ ਸਮੇਂ ਯੂਕਰੇਨ ਅਤੇ ਰਸ਼ੀਆ ਦੇ ਵਿਚਕਾਰ ਜਿਹੜੀ ਜੰਗ ਚੱਲ ਰਹੀ ਹੈ, ਇਸ ਦੌਰਾਨ ਰੂਸ ਦੇ ਕਿੰਨੇ ਫੌਜੀ ਯੂਕਰੇਨ ਵਿੱਚ ਮਾਰੇ ਗਏ, ਇਸ ਬਾਰੇ ਨਾਟੋ ਵੱਲੋਂ ਜਾਣਕਾਰੀ ਦਿੱਤੀ ਗਈ। ਨਾਟੋ ਦਾ ਕਹਿਣਾ ਹੈ ਕਿ ਰੂਸ ਦੇ 7,000 ਤੋਂ 15,000 ਫੌਜੀ ਯੂਕਰੇਨ ਵਿੱਚ ਹੁਣ ਤੱਕ ਮਾਰੇ ਜਾ ਚੁੱਕੇ ਨੇ। ਇਸ ਦੀ ਜਾਣਕਾਰੀ ਨਾਟੋ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਯੂਕਰੇਨ ਦੇ ਖਿਲਾਫ ਜਿਹੜੀ ਜੰਗ ਰੂਸ ਵੱਲੋਂ ਕੀਤੀ ਗਈ ਉਸ ਵਿੱਚ 15,000 ਦੇ ਕਰੀਬ ਹੁਣ ਤੱਕ ਫੌਜੀ ਆਪਣੀ ਜਾਨ ਗਵਾ ਚੁੱਕੇ ਨੇ। ਇਸ ਤੋਂ ਇਲਾਵਾ ਨਾਟੋ ਦੇ ਸੈਕਟਰੀ ਜਨਰਲ ਵੀ ਲਗਾਤਾਰ ਇਸ ਮੁੱਦੇ ਦੇ ਬਾਰੇ ਬੋਲਦੇ ਹੋਏ ਦਿਖਾਈ ਦੇ ਰਹੇ ਨੇ। ਉਹਨਾਂ ਵੱਲੋਂ ਹੁਣ ਹੰਗਰੀ ਅਤੇ ਹੋਰ ਕਈ ਥਾਵਾਂ ਦੇ ਉੱਪਰ ਨਵੇਂ ਮਲਟੀਨੈਸ਼ਨਲ ਲੜਾਕੂ ਗਰੁੱਪਸ ਨੂੰ ਤਾਇਨਾਤ ਕੀਤਾ ਜਾਵੇਗਾ। ਦੱਸ ਦਈਏ ਕਿ ਰੂਸ ਵੱਲੋਂ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਇਸ ਨੂੰ 4 ਹਫ਼ਤਿਆਂ ਦਾ ਸਮਾਂ ਹੋ ਚੁੱਕਾ ਹੈ ਤੇ ਜੰਗ ਅਜੇ ਵੀ ਜਾਰੀ ਹੈ। ਹੁਣ ਵੱਖ-ਵੱਖ ਦੇਸ਼ਾਂ ਵੱਲੋਂ ਰਸ਼ੀਆ ਖਿਲਾਫ ਕਈ ਪਾਬੰਦੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਕਿ ਰੂਸ ਦੇ ਉੱਪਰ ਦਬਾਅ ਬਣੇ ਅਤੇ ਉਹ ਇਸ ਜੰਗ ਨੂੰ ਖਤਮ ਕਰ ਦੇਣ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਵੀ ਇੱਕ ਮੁਲਾਕਾਤ ਦੇ ਵਾਸਤੇ ਰਵਾਨਾ ਹੋ ਚੁੱਕੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਉਹਨਾਂ ਨਾਲ ਇੱਥੇ ਮੁਲਾਕਾਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਾਟੋ ਲੀਡਰਸ ਨਾਲ ਮੁਲਾਕਾਤ ਕੀਤੀ ਜਾਵੇਗੀ, ਜਿੱਥੇ ਯੂਕਰੇਨ ਦੇ ਹਾਲਾਤਾਂ ਨੂੰ ਲੈ ਕੇ ਚਰਚਾ ਹੋਵੇਗੀ। ਅੱਜ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਯੂਰਪ ਲੀਡਰਸ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਯੂਕਰੇਨ ਦੇ ਹਾਲਾਤਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਯੂਕਰੇਨ ਨੂੰ ਇਸ ਸਮੇਂ ਹਿਊਮੈਨਿਟੇਰੀਅਨ ਏਡ ਅਤੇ ਹੋਰ ਵੀ ਕਈ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੀਆਂ ਜੰਗ ਨਾਲ ਜੁੜੀਆਂ ਹੋਈਆਂ ਨੇ। The disruption to services and supplies throughout Ukraine is posing an extreme risk to people with cardiovascular disease, cancer, diabetes, HIV, and TB, which are among the country's leading causes of mortality. Displacement, poor shelter, and overcrowded living conditions caused by the conflict are also increasing the risk of diseases such as measles, pneumonia, and polio, as well as COVID-19. So far, WHO has delivered about 150 metric tons of medical supplies. We have established supply lines from our warehouse in Lviv to many cities in Ukraine, but access to many parts of the country remains blocked. A humanitarian convoy to Mariupol was not able to be dispatched due to insecurity. We continue facing serious cash flow constraints in our ability to deliver life-saving support.
So far, WHO has received just $9.6 million against our appeal for $57.5 million over the next 3 months. We thank Norway, Switzerland, and the UN Central Emergency Response Fund for their generosity, but we continue to face a huge funding gap that prevents us from delivering urgently needed medical supplies. We call on donors to quickly address these urgent needs. ब्रिटिश कोलंबिया ਤੋਂ ਇੱਕ ਪੋਲ ਸਾਹਮਣੇ ਆਇਆ ਜਿਸ ਮੁਤਾਬਕ ਬਹੁਤ ਸਾਰੇ ਹੈਲਥ ਕੇਅਰ ਵਰਕਰਸ ਅਗਲੇ 2 ਸਾਲਾਂ ਦੌਰਾਨ ਨੌਕਰੀ ਛੱਡ ਦੇਣਗੇ। ਇਸ ਪੋਲ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਹੈਲਥ ਕੇਅਰ ਵਰਕਰਸ ਦੀ ਜ਼ਿੰਦਗੀ ਉਹਨਾਂ ਦਾ ਜੀਵਨ ਵੀ ਕੋਰੋਨਾ ਪੈਂਡੇਮਿਕ ਕਾਰਨ ਪ੍ਰਭਾਵਿਤ ਹੋਇਆ, ਜਿਸ ਬਾਰੇ ਹੈਲਥ ਕੇਅਰ ਵਰਕਰਸ ਬੋਲਦੇ ਹੋਏ ਦਿਖਾਈ ਦਿੱਤੇ। ਆਉਣ ਵਾਲੇ ਸਮੇਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਹੈਲਥ ਕੇਅਰ ਵਰਕਰਸ ਨੌਕਰੀ ਛੱਡ ਦੇਣਗੇ। ਇਹ ਜਾਣਕਾਰੀ ਇੱਕ ਪੋਲ ਤੋਂ ਸਾਹਮਣੇ ਆਈ ਹੈ। ਇਸ ਪੋਲ ਦੇ ਵਿੱਚ ਪਤਾ ਲੱਗਿਆ ਹੈ ਕਿ 3 ਵਿੱਚੋਂ 1 ਬ੍ਰਿਟਿਸ਼ ਕੋਲੰਬੀਆ ਹੈਲਥ ਕੇਅਰ ਵਰਕਰਸ ਆਉਣ ਵਾਲੇ 2 ਸਾਲਾਂ ਦੌਰਾਨ ਨੌਕਰੀ ਛੱਡ ਦੇਣਗੇ। ਇਹ ਪੋਲ ਬ੍ਰਿਟਿਸ਼ ਕੋਲੰਬੀਆ ਹਸਪੀਟਲ EMPLOYEES ਵੱਲੋਂ ਕਰਵਾਇਆ ਗਿਆ। ਇਸ ਵਿੱਚ ਪਤਾ ਚੱਲਿਆ ਕਿ 3/4 ਅਜਿਹੇ ਹੈਲਥ ਕੇਅਰ ਵਰਕਰਸ ਨੇ ਜਿਨ੍ਹਾਂ ਨੂੰ ਪੈਂਡੇਮਿਕ ਨੇ ਕਾਫੀ ਪ੍ਰਭਾਵਿਤ ਕੀਤਾ। ਕਈ ਅਜਿਹੇ ਵੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਘੱਟ ਫਾਈਨੈਂਸ਼ੀਅਲੀ ਸਿਕਿਉਰ ਮਹਿਸੂਸ ਕਰ ਰਹੇ ਨੇ। ਇਸ ਪੋਲ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 60% ਦਾ ਕਹਿਣਾ ਹੈ ਕਿ ਉਹ ਟਰਬਲ ਫੋਕਸਿੰਗ ਮਹਿਸੂਸ ਕਰ ਰਹੇ ਹਨ ਤੇ ਇਹਨਾਂ ਵਿੱਚੋਂ 52% ਕਹਿੰਦੇ ਨੇ ਕਿ ਪੈਂਡੇਮਿਕ ਨੇ ਉਹਨਾਂ ਉੱਪਰ ਨੈਗੇਟਿਵ ਇੰਪੈਕਟ ਪਾਇਆ। 60% ਮੋਟੀਵੇਟਿਡ ਵੀ ਫੀਲ ਕਰ ਰਹੇ ਨੇ ਤੇ 66% ਅਲਰਟਨੈਸ ਫੀਲ ਕਰ ਰਹੇ ਹਨ। ਇਹ ਜਿਹੜਾ ਪੋਲ ਕਰਵਾਇਆ ਗਿਆ ਇਸ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ, ਜਿਸ ਵਿੱਚ ਪਤਾ ਚੱਲਿਆ ਕਿ ਪੈਂਡੇਮਿਕ ਨੇ ਹੈਲਥ ਕੇਅਰ ਵਰਕਰਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਉਹ ਹੈਲਥ ਕੇਅਰ ਵਰਕਰਸ ਹਨ ਜਿਨ੍ਹਾਂ ਵੱਲੋਂ ਪੈਂਡੇਮਿਕ ਦੌਰਾਨ ਵਾਰੀਅਰਸ ਦੇ ਤੌਰ ਦੇ ਉੱਪਰ ਕੰਮ ਕੀਤਾ ਗਿਆ ਸੀ, ਪਰ ਇਹਨਾਂ ਦੇ ਉੱਪਰ ਵੀ ਕੋਰੋਨਾ ਪੈਂਡੇਮਿਕ ਨੇ ਅਸਰ ਪਾਇਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਹੈਲਥ ਕੇਅਰ ਵਰਕਰਸ ਲਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਲਿਆਂਦੀ ਗਈ ਸੀ। ਜਿਨ੍ਹਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ ਉਹਨਾਂ ਦੀ ਹੁਣ ਨੌਕਰੀ ਜਾਰੀ ਹੈ। 2000 ਤੋਂ ਵੱਧ ਅਜਿਹੇ ਸਿਹਤ ਕਰਮਚਾਰੀ ਨੇ ਜਿਨ੍ਹਾਂ ਨੂੰ ਹੁਣ ਆਪਣੀ ਨੌਕਰੀ ਗਵਾਉਣੀ ਪੈ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਹੈਲਥ ਕੇਅਰ ਵਰਕਰਸ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ, ਪਰ ਕਈ ਅਜਿਹੇ ਹੈਲਥ ਕੇਅਰ ਵਰਕਰਸ ਹਨ ਜਿਨ੍ਹਾਂ ਵੱਲੋਂ ਕੋਰੋਨਾ ਵੈਕਸੀਨ ਹਾਸਲ ਕਰਨ ਤੋਂ ਮਨਾ ਕਰ ਦਿੱਤਾ ਗਿਆ। ਅਜਿਹੇ ਕਈ ਵਰਕਰਾਂ ਦੀ ਨੌਕਰੀ ਚਲੀ ਗਈ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ 2500 ਹੈਲਥ ਕੇਅਰ ਵਰਕਰਸ ਅਜਿਹੇ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਤੇ ਉਹਨਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਤਾਂ ਹਾਸਲ ਕੀਤੀ ਗਈ ਹੈ ਤੇ ਬੂਸਟਰ ਸ਼ਾਟ ਲਗਵਾਉਣ ਵਾਲਿਆਂ ਦਾ ਅੰਕੜਾ ਵੀ ਵੱਡਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਸਖਤੀਆਂ ਕੀਤੀਆਂ ਗਈਆਂ ਸਨ। ਉਹਨਾਂ ਵੱਲੋਂ तमाम ਹੈਲਥ ਕੇਅਰ ਵਰਕਰਸ ਨੂੰ ਕਿਹਾ ਗਿਆ ਕਿ ਕੋਵਿਡ-19 ਵੈਕਸੀਨ ਜ਼ਰੂਰ ਹਾਸਲ ਕੀਤੀ ਜਾਵੇ। ਵੈਕਸੀਨੇਸ਼ਨ ਉਹਨਾਂ ਵਾਸਤੇ ਲਾਜ਼ਮੀ ਕੀਤੀ ਗਈ ਸੀ, ਪਰ ਜਿਨ੍ਹਾਂ ਨੇ ਮਨਾ ਕੀਤਾ ਹੁਣ ਉਹਨਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਕੋਰੋਨਾ ਵਾਇਰਸ ਕਾਰਨ ਵੱਖ-ਵੱਖ ਸੂਬਿਆਂ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ, ਪਰ ਜਿਵੇਂ ਹਾਲਾਤਾਂ ਵਿੱਚ ਸੁਧਾਰ ਹੋਇਆ ਤਾਂ ਇਹਨਾਂ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ। ਪਰ ਜਦੋਂ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਇਆ ਤਾਂ ਮੁੜ ਤੋਂ ਸਖਤੀ ਸੂਬਿਆਂ ਵਿੱਚ ਦੇਖਣ ਨੂੰ ਮਿਲੀ ਤੇ ਹੁਣ ਜਿਵੇਂ ਹਾਲਾਤ ਸੁਧਰ ਰਹੇ ਨੇ ਤੇ ਵੈਕਸੀਨੇਸ਼ਨ ਰੇਟ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ, ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਸੂਬੇ ਵੀ ਪਾਬੰਦੀਆਂ ਵਿੱਚ ਢਿੱਲ ਦਾ ਐਲਾਨ ਕਰ ਰਹੇ ਹਨ, ਪਰ ਕਈ ਥਾਵਾਂ ਦੇ ਉੱਪਰ ਵੈਕਸੀਨੇਸ਼ਨ ਨੂੰ ਲਾਜ਼ਮੀ ਕੀਤਾ ਗਿਆ ਜਿਨ੍ਹਾਂ ਉੱਪਰ ਅਜੇ ਵੀ ਇਹ ਸ਼ਰਤ ਬਰਕਰਾਰ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਜਿਨ੍ਹਾਂ ਨੇ ਇਸ ਸ਼ਰਤ ਨੂੰ ਨਹੀਂ ਮੰਨਿਆ ਉਹਨਾਂ ਉੱਪਰ ਹੁਣ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਹੁਣ ਕਈ ਹੈਲਥ ਕੇਅਰ ਵਰਕਰਸ ਨੂੰ ਆਪਣੀ ਨੌਕਰੀ ਗਵਾਉਣੀ ਪੈ ਗਈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ, ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ਓਨਟਾਰੀਓ ਦੇ ਹਸਪਤਾਲ ਵਿੱਚ ਇਸ ਸਮੇਂ 611 ਮਰੀਜ਼ ਨੇ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 174 ਦੀ ਗਿਣਤੀ ਦੱਸੀ ਗਈ। ਇਸ ਸੂਬੇ ਤੋਂ 24 ਘੰਟਿਆਂ ਦੌਰਾਨ 2000 ਤੋਂ ਵੱਧ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ 2149 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਹੁਣ ਤੱਕ ਜਿਹੜੇ ਮਾਮਲੇ ਸਾਹਮਣੇ ਆਏ ਉਹਨਾਂ ਦੀ ਗਿਣਤੀ 11,43,014 ਦੇ ਉੱਪਰ ਪਹੁੰਚ ਗਈ। 24 ਘੰਟਿਆਂ ਦੌਰਾਨ 13 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ, ਜਿਸ ਤੋਂ ਬਾਅਦ ਸੂਬੇ ਵਿੱਚ ਮੌਤਾਂ ਦਾ ਅੰਕੜਾ 12,356 ਦੇ ਉੱਪਰ ਪਹੁੰਚ ਗਿਆ। ਓਨਟਾਰੀਓ ਪ੍ਰੋਵਿੰਸ ਵਿੱਚ ਰਿਕਵਰਡ ਕੇਸਿਸ ਦੀ ਗਿਣਤੀ 11,14,388 ਦੀ ਹੈ। ਇਸ ਤੋਂ ਇਲਾਵਾ ਜੋ ਵੈਕਸੀਨੇਸ਼ਨ ਦੀ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 90.8% ਉਹ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਹਾਸਲ ਕੀਤੇ ਗਏ। 92.8% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ ਹੈ। ਤੀਸਰਾ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 55.2% ਦੀ ਦੱਸੀ ਗਈ ਹੈ। 5 ਸਾਲ ਤੋਂ 11 ਸਾਲ ਵਾਲਿਆਂ 'ਚ 55.4% ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼,
32% ਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ਸ ਹਾਸਲ ਕੀਤੀਆਂ ਗਈਆਂ। ਫਿਲਹਾਲ ਟੈਸਟ ਪੋਜ਼ਿਟਿਵਿਟੀ ਰੇਟ ਦੇ ਬਾਰੇ ਅੱਜ ਸੂਬੇ ਵੱਲੋਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਕਿਊਬੈਕ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ। ਇੱਥੇ 1034 ਮਰੀਜ਼ ਹਸਪਤਾਲ ਵਿੱਚ ਉਹ ਹਨ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 50 ਦਾ ਅੰਕੜਾ ਦੱਸਿਆ ਗਿਆ। 24 ਘੰਟੇ ਦੌਰਾਨ ਸੂਬੇ ਤੋਂ 2000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। 24 ਘੰਟੇ ਦੌਰਾਨ 2111 ਕੇਸਿਸ ਰਿਕਾਰਡ ਕੀਤੇ ਗਏ ਅਤੇ 2 ਮੌਤਾਂ ਇਸ ਵਾਇਰਸ ਕਾਰਨ ਹੋਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 9,49,000 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 14,274 ਮੌਤਾਂ ਇਸ ਵਾਇਰਸ ਕਾਰਨ ਇਸ ਪ੍ਰੋਵਿੰਸ ਵਿੱਚ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਅਤੇ 52% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਹਾਸਲ ਕੀਤੀਆਂ ਗਈਆਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਵੱਡੇ ਡਰਾਅ ਨਿਕਲਣ ਬਾਰੇ ਜਾਣਕਾਰੀ ਜਾਣੋ। ਕਦੋਂ ਨਿਕਲਣਗੇ ਵੱਡੇ ਡਰਾਅ? ਯੂਰਪ ਦੀ ਪਾਰਲੀਮੈਂਟ ਵਿੱਚ ਬੋਲੇ ਟਰੂਡੋ, ਪੁਤਿਨ ਤੇ ਸਾਧਿਆ ਟਰੂਡੋ ਨੇ ਨਿਸ਼ਾਨਾ। ਟਰੂਡੋ ਦੀ ਨਾਟੋ ਲੀਡਰਸ ਨਾਲ ਮੁਲਾਕਾਤ, ਯੂਕਰੇਨ ਦੇ ਹਾਲਾਤਾਂ ਤੇ ਚਰਚਾ। ਬਿਨਾਂ ਟੀਕੇ ਵਾਲੇ ਕਰ ਰਹੇ ਮੰਗ, ਕੈਨੇਡਾ ਤੋਂ ਮੰਗੀ ਦਾਖਲੇ ਦੀ ਇਜਾਜ਼ਤ। ਤਾਲਿਬਾਨ ਨੇ ਤੋੜਿਆ ਆਪਣਾ ਵਾਅਦਾ, ਲੜਕੀਆਂ ਦੀ ਸਿੱਖਿਆ ਤੇ ਲਗਾਈ ਰੋਕ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।